ਬੈਂਸ ਭਰਾਵਾਂ ਦੀ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਜਿਸ ਨੂੰ ਲੈ ਕੇ ਹੁਣ ਬੈਂਸ ਭਰਾਵਾਂ ਨੇ ਇਸ ਦੀ ਪੁਸ਼ਟੀ ਉਹ ਕਰ ਦਿੱਤੀ ਹੈ। ਜਿਹੜੀਆਂ ਦੋ ਸੀਟਾਂ ਲੁਧਿਆਣੇ ਤੋਂ ਉਹ ਲੜਦੇ ਨੇ, ਇਹਦਾ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਵੀ ਹੋ ਸਕਦਾ, ਕਿਉਂਕਿ ਬੈਂਸ ਭਰਾ ਆਸ-ਪਾਸ ਦੀਆਂ ਸੀਟਾਂ ਦੇ ਉੱਤੇ ਵੀ ਆਪਣਾ ਪ੍ਰਭਾਵ ਰੱਖਦੇ ਹੈ। 15 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵੀ ਹੈ ਸੀਟਾਂ ਦੀ ਵੰਡ ਬਾਰੇ। ਜੇ ਬੈਂਸ ਭਰਾ ਉਹਨਾਂ ਦੇ ਨਾਲ ਚੱਲ ਜਾਂਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਆਪਣੇ ਕੋਟੇ ਦੇ ਵਿੱਚੋਂ ਬੈਂਸ ਭਰਾਵਾਂ ਨੂੰ ਟਿਕਟਾਂ ਵੀ ਦੇਵੇਗੀ। ਪ੍ਰਗਟ ਸਿੰਘ ਦਾ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਕਿ ਜਿਹੜੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ ਆਗੂ, ਉਹਨਾਂ ਦੀ ਚੋਣ ਕਰਨ ਲਓ। ਉਹ ਇੱਕ ਚੰਗੇ ਖਿਡਾਰੀ ਨੇ, ਲਿਫਾਫੇਬਾਜ਼ੀ ਨਹੀਂ। ਆਪਣੀਆਂ ਗੱਲਾਂ ਦੇ ਵਿੱਚ ਪ੍ਰਗਟ ਸਿੰਘ ਨੇ ਦੂਜਿਆਂ ਨੂੰ ਸ਼ੀਸ਼ਾ ਦਿਖਾਉਣ ਦਾ ਯਤਨ ਕੀਤਾ ਹੈ। ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੀ ਸੂਚੀ ਐਲਾਨੀ ਜਾਣੀ ਹੈ। ਇਹ ਕਾਂਗਰਸੀਆਂ ਦਾ ਵੈਸੇ ਹਰ ਵਾਰ ਦਾ ਸੱਭਿਆਚਾਰ ਇਹੋ ਹੀ ਹੈ ਕਿ ਵਿਹੜੇ ਬੈਠੀ ਜੰਝ ਬਿੰਨੋ ਕੁੜੀ ਦੇ ਕੰਨ। ਰਾਹੁਲ ਗਾਂਧੀ ਨਾਨਕਿਆਂ ਨੂੰ ਮਿਲਣ ਚਲ ਗਿਆ ਇਟਲੀ ਨੂੰ, ਸੁਨੀਲ ਜਾਖੜ ਉਹ ਕਹਿੰਦੇ ਇੰਗਲੈਂਡ ਗਿਆ ਵਾ। ਤਾਂ ਫਿਰ ਜਦੋਂ ਇਸ ਤਰ੍ਹਾਂ ਦਾ ਕੰਮ ਸਿਰ ਤੇ ਹੋਵੇ, ਉਦੋਂ ਤੁਸੀਂ ਜ਼ਿੰਮੇਵਾਰੀ ਨਾ ਨਿਭਾਓ, ਫਿਰ ਉਹਦੇ ਕੋਈ ਨਤੀਜੇ ਵਧੀਆ ਨਹੀਂ ਹੁੰਦੇ। ਜੇ ਇਹਨਾਂ ਕਾਂਗਰਸੀਆਂ ਨੇ ਨਰਿੰਦਰ ਮੋਦੀ ਦੀ ਥਾਂ ਦੇ ਉੱਤੇ ਦੁਬਾਰਾ ਆਪਣੀ ਸਥਾਪਨਾ, ਆਪਣੀ ਵਾਪਸੀ ਭਾਰਤ ਦੇ ਵਿੱਚ ਕਰਨੀ ਹੈ, ਤਾਂ ਇਹਨਾਂ ਨੂੰ ਜਿਹੜੇ ਅੱਕ ਲੱਛਣੇ ਕੰਮ ਨੇ ਇਹ ਛੱਡਣੇ ਪੈਣਗੇ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਚਰਚਾ ਕਰਾਂਗੇ। ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮਾਘੀ ਦੇ ਮੌਕੇ ਸਿੱਖ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸ਼ਰਧਾਲੂ ਭਾਰੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ। ਬੇਸ਼ੱਕ ਕਰੋਨਾ ਮਹਾਮਾਰੀ ਨੂੰ ਲੈ ਕੇ ਸਖਤ ਨਿਯਮ ਲਾਗੂ ਕੀਤੇ ਗਏ ਸੀ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਬੈਂਸ ਭਰਾਵਾਂ ਨੂੰ ਲੈ ਕੇ, ਜਿਨ੍ਹਾਂ ਨੇ ਹੁਣ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਜਪਾ ਦੇ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਇਸ ਦੇ ਨਾਲ ਹੀ ਗੱਲਬਾਤ ਕਰਾਂਗੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਆਗੂਆਂ ਦੀ ਚੋਣ ਕਰਨ ਲੋਕ, ਇਹ ਕਹਿਣਾ ਹੈ ਪ੍ਰਗਟ ਸਿੰਘ ਦਾ। ਇਸ ਤੋਂ ਇਲਾਵਾ ਹੋਰ ਵੀ ਕਾਫੀ ਅਹਿਮ ਵਿਸ਼ੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ। ਇਹਨਾਂ ਸਾਰੇ ਵਿਸ਼ਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਮਿਹਰਬਾਨੀ, ਬਹੁਤ-ਬਹੁਤ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮਾਘੀ ਮੌਕੇ ਸਿੱਖ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸ਼ਰਧਾਲੂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ। ਬੇਸ਼ੱਕ ਕਰੋਨਾ ਮਹਾਮਾਰੀ ਨੂੰ ਲੈ ਕੇ ਨਿਯਮ ਲਾਗੂ ਕੀਤੇ ਗਏ ਸੀ, ਪਰ ਸਿੱਖ ਸੰਗਤਾਂ ਫਿਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਉਮੜੀਆਂ। ਦੇਖੋ ਰੀਨਾ ਜੀ, ਸਾਡੇ ਇਤਿਹਾਸ ਹੈ, ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਵੱਖ-ਵੱਖ ਸਮਾਗਮ ਹੁੰਦੇ ਨੇ ਜੀ। ਮੁਕਤਸਰ ਸਾਹਿਬ ਇੱਕ ਖਿਦਰਾਣੇ ਦੀ ਢਾਬ ਸੀ ਜਿੱਥੇ ਗਹਿ ਗੱਚ ਲੜਾਈ ਹੋਈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰਸਾ ਨਦੀ ਦੇ ਕੋਲੇ ਵਿਛੋੜਾ ਪੈ ਗਿਆ, ਪਰਿਵਾਰ ਵਿਛੜ ਗਿਆ, ਵੱਡੇ ਸਾਹਿਬਜ਼ਾਦੇ ਤੇ ਗੁਰੂ ਸਾਹਿਬ ਇੱਧਰ ਚਮਕੌਰ ਮਾਛੂਬੜੇ ਵਾਲੇ ਪਾਸੇ ਨੂੰ ਆ ਗਏ। ਚਮਕੌਰ ਸਾਹਿਬ ਲੜਾਈ ਤੋਂ ਬਾਅਦ ਉਹ ਦੀਨਾ ਕਾਂਗੜ ਦੇ ਰਸਤਿਓਂ ਮੁਕਤਸਰ ਸਾਹਿਬ ਪਹੁੰਚੇ। ਰਸਤੇ 'ਚ ਉਹਨਾਂ ਨੂੰ 40 ਸਿੰਘਾਂ ਨੇ ਬਦਾਵਾ ਦਿੱਤਾ ਸੀਗਾ ਜੀ ਕਿ ਤੁਸੀਂ ਸਾਡੇ ਗੁਰੂ ਨਹੀਂ। ਪਰ ਜਦੋਂ ਘਰੇ ਪਹੁੰਚੇ, ਬੀਬੀਆਂ ਦੀਆਂ ਲਾਹਨਤਾਂ ਤੋਂ ਬਾਅਦ ਉਹ ਦੁਬਾਰਾ ਮੈਦਾਨ 'ਚ ਡਟੇ। ਗੁਰੂ ਸਾਹਿਬ ਨੇ ਉਹਨਾਂ ਤੋਂ ਲਿਖ ਕੇ ਲੈ ਲਿਆ ਸੀ ਵੀ ਲਿਖ ਦਿਓ ਵੀ ਤੁਸੀਂ ਮੇਰੇ ਚੇਲੇ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ ਜੀ। ਜਦੋਂ ਇੱਥੇ ਲੜਾਈ ਹੋਈ ਤਾਂ ਗੁਰੂ ਸਾਹਿਬ ਇੱਥੇ ਪਹੁੰਚੇ। ਅਖੀਰ ਮਹਾਂ ਸਿੰਘ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ। ਉਹਦੀ ਜਾਨ ਨਹੀਂ ਨਿਕਲ ਰਹੀ ਸੀ, ਸਿਸਕ ਰਹੇ ਸੀ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਸਭ ਤੋਂ ਬਹੁਤ ਵੱਡੀ ਗਲਤੀ ਹੋ ਗਈ, ਉਹ ਬਦਾਵਾ ਪਾੜ ਦਿਓ ਜੀ। ਉਹਨਾਂ ਨੇ ਬਦਾਵਾ ਪਾੜਿਆ ਤੇ ਉਹ ਸਾਰਿਆਂ ਦੀ ਮੁਕਤੀ ਹੋਈ। ਉਹਦੇ ਨਾਂ ਦੇ ਉੱਤੇ ਇਹ ਮੁਕਤਸਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ, ਉੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੀ ਮਾਘ ਦੀ ਸੰਗਰਾਂਦ ਵੀ ਹੈ ਅੱਜ, ਜਿਹੜੇ ਇਸੇ ਕਰਕੇ ਮਾਘੀ ਕਹਿੰਦੇ ਨੇ। ਤੇ ਲੋਹੜੀ ਤੋਂ ਅਗਲੇ ਦਿਨ ਇਹ ਜਿਹੜਾ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ, ਉਹਨਾਂ 40 ਮੁਕਤਿਆਂ ਦੀ ਯਾਦ ਦੇ ਵਿੱਚ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਪਹਿਲਾਂ ਵਿਦਾਵਾ ਦਿੱਤਾ, ਬਾਅਦ ਦੇ ਵਿੱਚ ਉਹਨਾਂ ਦੀ ਮੁਕਤੀ ਆਪ ਗੁਰੂ ਸਾਹਿਬ ਨੇ ਕੀਤੀ। ਉਹਨਾਂ ਦਾ ਵਿਦਾਵਾ ਆਪਣੇ ਕਮਰ ਕੱਸੇ ਦੇ ਵਿੱਚ ਰੱਖਿਆ ਹੋਇਆ ਸੀ ਤੇ ਉਹਨਾਂ ਨੇ ਉਹਨਾਂ ਦੇ ਸਾਹਮਣੇ ਪਾੜ ਕੇ ਉਹਨਾਂ ਨੂੰ ਮੁਕਤੀ ਕੀਤੀ ਜੀ। ਜਿਵੇਂ ਆਪਾਂ ਦੇਖਿਆ ਕਿ ਕਹਿੰਦੇ ਆ ਵੀ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਹੋਲਾ ਮਹੱਲਾ ਆ ਰਿਹਾ ਅੱਗੇ ਆਪਣੇ ਕੋਲੇ। ਹੋਲਾ ਮਹੱਲਾ ਸਿੱਖ ਧਰਮ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦਾ। ਹੋਲੇ ਮਹੱਲੇ ਤੋਂ ਬਾਅਦ 14 ਅਪ੍ਰੈਲ ਵਿਸਾਖੀ ਆਏਗੀ, ਉਹ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਜੀ। ਇਸੇ ਤਰ੍ਹਾਂ ਵੱਖ-ਵੱਖ ਜਿਹੜੇ ਸਾਡੇ ਤਿਉਹਾਰ ਨੇ ਉਹ ਵੱਖ-ਵੱਖ ਧਾਰਮਿਕ ਸਥਾਨਾਂ ਦੇ ਨਾਲ ਜੁੜੇ ਹੋਏ ਨੇ।
ਅੱਜ ਮਾਘੀ ਦਾ ਤਿਉਹਾਰ ਸੀ। ਆਮ ਤੌਰ ਤੇ ਮਾਲਵੇ ਦੇ ਵਿੱਚ ਲੋਕ ਦੀਵਾਲੀ ਵਾਲੇ ਲੋਹੜੀ ਵਾਲੇ ਦਿਨ ਸਾਗ ਤੇ ਖੀਰ ਬਣਾਇਆ ਕਰਦੇ ਸਨ। ਕਿਹਾ ਜਾਂਦਾ ਸੀ ਕਿ ਪੋਹ ਰਿੰਨੀ ਮਾਘ ਖਾਧੀ। ਸੋ ਅੱਜ ਸਵੇਰ ਤੋਂ ਨਹੀਂ, ਕਈ ਦਿਨਾਂ ਤੋਂ ਪਹਿਲਾਂ ਤੋਂ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿੱਚ ਜਾ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਏ, ਜੀ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਔਰ ਉੱਥੇ ਪ੍ਰਬੰਧਕਾਂ ਵੱਲੋਂ ਕਿਹਾ, ਬਾਰ-ਬਾਰ ਅਨਾਉਂਸਮੈਂਟਾਂ ਸੀ ਕਿ ਥੋੜ੍ਹਾ ਜਿਹਾ ਡਿਸਟੈਂਸ ਰੱਖੋ, ਉਹ ਸ਼ਰਧਾਲੂਆਂ ਦੇ ਅੱਗੇ ਨਹੀਂ ਕੁਝ ਹੁੰਦਾ। ਦਰਬਾਰ ਸਾਹਿਬ 1 ਤਰੀਕ ਨੂੰ ਦੇਖੋ ਕਿੰਨਾ ਵੱਡਾ ਇਕੱਠ ਹੁੰਦਾ ਹੈਗਾ ਜੀ। ਅੱਜ ਵੀ ਬਹੁਤ ਸਾਰੇ ਲੋਕ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਇਹਨਾਂ ਥਾਵਾਂ ਦੇ ਉੱਤੇ ਨਤਮਸਤਕ ਹੁੰਦੇ ਆ, ਇਹਨਾਂ ਧਾਰਮਿਕ ਸਥਾਨਾਂ ਤੇ। ਅੱਜ ਸਿੱਖ ਸ਼ਰਧਾਲੂਆਂ ਨੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਉੱਥੇ ਨਤਮਸਤਕ ਹੋਏ ਨੇ, ਕਿਉਂਕਿ ਸ਼ਰਧਾਲੂਆਂ ਦੇ ਵਿੱਚ ਇਸ ਗੱਲ ਦਾ ਜਾਂਦਾ ਕਿ ਗੁਰੂ ਸਾਹਿਬ ਸਾਡੀ ਰੱਖਿਆ ਆਪ ਕਰਨਗੇ ਜੀ। ਚੰਗਾ ਹੋ ਗਿਆ ਕਿ ਚੋਣ ਕਮਿਸ਼ਨ ਨੇ ਇਹਨਾਂ ਦੀਆਂ ਚੋਣ ਰੈਲੀਆਂ ਤੇ ਪਾਬੰਦੀਆਂ ਲਾਤੀਆਂ, ਨਹੀਂ ਤਾਂ ਇਹੋ ਜਿਹੇ ਧਾਰਮਿਕ ਸਥਾਨਾਂ ਦੇ ਉੱਤੇ ਇਹ ਸਿਆਸੀ ਆਗੂ ਜੀ ਉਹਨਾਂ ਜਿਹੜੀ ਪਵਿੱਤਰ ਜਗ੍ਹਾ ਹੈ ਉੱਥੇ ਖੜ ਕੇ ਵੀ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਨੇ, ਮੜਾ ਮੂਹੀ ਝੂਠ ਬੋਲਦੇ ਨੇ। ਬਿਲਕੁਲ ਜੀ। ਸੋ ਅੱਜ ਸਿਆਸੀ ਕੋਈ ਉੱਥੇ ਕਾਨਫਰੰਸ ਕਿਸੇ ਕਿਸਮ ਦੀ ਨਹੀਂ ਹੋਈ। ਮੈਨੂੰ ਯਾਦ ਹੈ ਜਦੋਂ 2016 ਚੱਲ ਰਿਹਾ ਸੀ ਜੀ, ਉਸ ਤੋਂ ਬਾਅਦ ਚੋਣਾਂ ਆਈਆਂ ਤਾਂ ਇੱਕ ਵਾਰੀ 2016 ਦੇ ਵਿੱਚ ਮਾਘੀ ਦੇ ਉੱਤੇ ਜੀ ਆਮ ਆਦਮੀ ਪਾਰਟੀ ਦਾ ਐਡਾ ਵੱਡਾ ਇਕੱਠ ਹੋਇਆ ਸੀ ਕਿ ਕੋਈ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹ ਵੇਖਦੀਆਂ ਰਹਿ ਗਈਆਂ ਸੀ, ਦੰਦਾਂ 'ਚ ਉਂਗਲਾਂ ਦੇ ਲਈਆਂ ਉਹਨਾਂ ਨੇ। ਇੰਨਾ ਇਕੱਠ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੋਇਆ ਸੀ ਜੀ। ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਜੇ ਕੋਈ ਦਿੱਲੀ ਤੋਂ ਬਾਅਦ MP ਮਿਲੇ, ਪੰਜਾਬ ਤੋਂ ਮਿਲੇ, 20 ਦੇ ਕਰੀਬ ਵਿਧਾਇਕ ਮਿਲੇ ਪੰਜਾਬ ਤੋਂ ਮਿਲੇ, ਇੱਕ ਵੱਖਰੀ ਗੱਲ ਹੈ ਕਿ ਉਹ ਉਹਨਾਂ ਨੂੰ ਸਾਂਭ ਕੇ ਨਹੀਂ ਰੱਖ ਸਕੇ। ਸੋ ਅੱਜ ਦੇ ਦਿਨ ਦਾ ਬਹੁਤ ਵੱਡਾ ਇਤਿਹਾਸ ਹੈ। ਅਸੀਂ ਮੁਕਤਸਰ ਸਾਹਿਬ ਦੇ ਉਹਨਾਂ 40 ਮੁਕਤਿਆਂ ਨੂੰ ਸ਼ਰਧਾਂਜਲੀ ਤੇ ਆਪਣੇ ਵੱਲੋਂ ਪ੍ਰਣਾਮ ਕਰਦੇ ਹੋਏ ਕੋਟ-ਕੋਟ ਪ੍ਰਣਾਮ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਮੁਕਤੀ ਦਿੱਤੀ। ਉਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਬਠਿੰਡੇ ਦੇ ਕਿਲੇ, ਉਸ ਤੋਂ ਬਾਅਦ ਉਹਨਾਂ ਨੇ ਲੰਬਾ ਸਮਾਂ ਲਗਭਗ 9 ਮਹੀਨੇ 9 ਦਿਨ 9 ਘੜੀਆਂ ਦਮਦਮਾ ਸਾਹਿਬ, ਜਿਨ੍ਹਾਂ ਨੂੰ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕਹਿੰਦੇ ਆ, ਉੱਥੇ ਗੁਜ਼ਾਰਿਆ। ਉਸ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਹੈ ਉਹ ਨੰਦੇੜ ਵਾਲੇ ਪਾਸੇ ਨੂੰ ਗਏ ਨੇ। ਉੱਥੇ ਹੀ ਉਹਨਾਂ ਨੇ ਬੈਠ ਕੇ ਆਪ ਆਪਣੀ ਅਗਵਾਈ ਦੇ ਵਿੱਚ, ਆਪਣੀ ਸਰਪ੍ਰਸਤੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਸੰਪਾਦਨ ਪੂਰਾ ਕਰਾਇਆ ਸੀ, ਬੀੜ ਨੂੰ ਸੰਪੂਰਨ ਕਰਾਇਆ ਗਿਆ ਸੀ। ਜੀ ਢਿੱਲੋਂ ਜੀ, ਬੈਂਸ ਭਰਾਵਾਂ ਦੀ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਜਿਸ ਨੂੰ ਲੈ ਕੇ ਹੁਣ ਬੈਂਸ ਭਰਾਵਾਂ ਨੇ ਇਸ ਦੀ ਪੁਸ਼ਟੀ ਉਹ ਕਰ ਦਿੱਤੀ ਹੈ। ਹਾਂ, ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜੇ ਸਾਡੀ ਗੱਲਬਾਤ ਚੱਲ ਰਹੀ ਹੈ। ਉਹ ਕਿਹੜੀਆਂ ਸ਼ਰਤਾਂ ਤਹਿਤ ਗੱਲਬਾਤ ਚੱਲ ਰਹੀ ਹੈ ਇਹਦੇ ਬਾਰੇ ਤਾਂ ਨਹੀਂ ਕੋਈ ਚਾਨਣਾ ਪਾਇਆ ਉਹਨਾਂ ਨੇ ਜੀ, ਲੇਕਿਨ ਇਸ ਗੱਲ ਨੂੰ ਸਾਫ਼ ਕਰ ਦਿੱਤਾ ਕਿ ਸਾਡੀ ਆਪਸ ਵਿੱਚ ਦੀ ਗੱਲ ਚੱਲਦੀ ਹੈ। ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਇਹ ਬੈਂਸ ਭਰਾਵਾਂ ਦੀ ਜੋੜੀ ਜਿਹੜੀਆਂ 2 ਸੀਟਾਂ ਲੁਧਿਆਣੇ ਤੋਂ ਉਹ ਲੜਦੇ ਨੇ, ਇਹਦਾ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਵੀ ਹੋ ਸਕਦਾ, ਕਿਉਂਕਿ ਬੈਂਸ ਭਰਾ ਆਸ-ਪਾਸ ਦੀਆਂ ਸੀਟਾਂ ਦੇ ਉੱਤੇ ਵੀ ਆਪਣਾ ਪ੍ਰਭਾਵ ਰੱਖਦੇ ਹੈ। ਜੀ ਅੱਜ ਉਹ ਉਹਨਾਂ ਨੇ ਕਿਹਾ, ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵੀ ਹਾਂ ਸਾਡੀ ਗੱਲਬਾਤ ਚੱਲਦੀ ਹੈ। ਉਹ ਕਿੱਥੋਂ ਤੱਕ ਚੱਲਦੀ ਹੈ, ਕਿਹੜੀਆਂ ਸ਼ਰਤਾਂ ਨੇ, ਮੈਨੂੰ ਲੱਗਦਾ 1-2 ਦਿਨਾਂ ਦੇ ਵਿੱਚ ਇਹ ਸਾਰਾ ਕੁਝ ਸਾਫ਼ ਹੋ ਜਾਵੇਗਾ। ਕੱਲ 15 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵੀ ਆ ਸੀਟਾਂ ਦੀ ਵੰਡ ਬਾਰੇ। ਜੇ ਬੈਂਸ ਭਰਾ ਉਹਨਾਂ ਦੇ ਨਾਲ ਚੱਲ ਜਾਂਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਆਪਣੇ ਕੋਟੇ ਦੇ ਵਿੱਚੋਂ ਬੈਂਸ ਭਰਾਵਾਂ ਨੂੰ ਟਿਕਟਾਂ ਵੀ ਦੇਵੇਗੀ। ਜੀ ਢਿੱਲੋਂ ਜੀ, ਪ੍ਰਗਟ ਸਿੰਘ ਦਾ ਬਿਆਨ ਸਾਹਮਣੇ ਆਇਆ, ਉਹਨਾਂ ਦਾ ਕਹਿਣਾ ਕਿ ਜਿਹੜੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ ਆਗੂ, ਉਹਨਾਂ ਦੀ ਚੋਣ ਕਰਨ ਲੋਕ। ਪ੍ਰਗਟ ਸਿੰਘ ਬਹੁਤ ਠਰਮੇ ਵਾਲੇ ਵਿਅਕਤੀ ਨੇ ਜੀ। ਰੀਨਾ, ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਨੇ 10 ਸਾਲ ਹਾਕੀ ਦੇ ਮੈਦਾਨ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤਿਰੰਗਾ ਝੰਡਾ ਹੱਥ 'ਚ ਫੜ ਕੇ ਜੀ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ ਕਪਤਾਨ ਵਜੋਂ। ਉਹ ਇੱਕ ਚੰਗੇ ਖਿਡਾਰੀ ਨੇ, ਠਰਮਾ ਬਹੁਤ ਹੈ ਜੀ, ਲਿਫਾਫੇਬਾਜ਼ੀ ਨਹੀਂ। ਜਿਹੜੀ ਗੱਲ ਕਹਿੰਦੇ ਨੇ ਬਿਲਕੁਲ
ਸਾਫ਼ ਸੁਥਰੀ ਕਹਿੰਦੇ ਨੇ, ਉਹ ਗੱਲ ਭਾਵੇਂ ਜਿੱਧਰ ਨੂੰ ਮਰਜ਼ੀ ਜਾਵੇ। ਉਹਨਾਂ ਨੇ ਬਿਲਕੁਲ ਇਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਹਰ ਵਾਰ ਕਹਿੰਦੇ ਹੋ ਅਸੀਂ ਲੁੱਟੇ ਗਏ ਜੀ, ਹੁਣ ਤੁਹਾਡੇ ਕੋਲੇ ਬੜਾ ਸੁਨਹਿਰੀ ਮੌਕਾ ਹੈ। ਘੱਟੋ ਘੱਟ ਤੁਸੀਂ ਚੰਗੀ ਛਵੀ ਵਾਲੇ ਉਮੀਦਵਾਰਾਂ ਦੀ ਚੋਣ ਕਰਿਓ, ਚੰਗੀਆਂ ਸ਼ਖਸੀਅਤਾਂ ਦੀ ਚੋਣ ਕਰਿਓ, ਭਾਵੇਂ ਕਿਸੇ ਤਰ੍ਹਾਂ ਦੇ ਵੀ ਹੋਣ। ਉਹਨਾਂ ਨੇ ਨਵਜੋਤ ਸਿੱਧੂ ਜਿਹੜਾ ਸਵਾਲ ਚੁੱਕਦੇ ਆ ਉਹਦੇ ਬਾਰੇ ਵੀ ਵੱਡੀ ਟਿੱਪਣੀ ਕਰਤੀ, ਕਹਿੰਦੇ ਵੀ ਕਈ ਚੀਜ਼ਾਂ ਨਵਜੋਤ ਸਿੰਘ ਸਿੱਧੂ ਦਾ ਵਿਅਕਤੀਗਤ ਵਿਚਾਰ ਹੋ ਸਕਦਾ ਹੈ। ਜਦੋਂ ਤੁਸੀਂ ਸੰਗਠਨ ਚਲਾਉਂਦੇ ਹੋ ਨਾ ਤਾਂ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਕਹਿਤਾ ਹਾਈ ਕਮਾਂਡ ਕੌਣ ਹੁੰਦੀ ਹੈ ਇਹ ਵਿਚਾਰ ਕਰਨ ਵਾਲੀ। ਹੁਣ ਤੱਕ ਤਾਂ ਇਹਨਾਂ ਦਾ ਕਾਂਗਰਸ ਦਾ ਸੱਭਿਆਚਾਰ ਇਹ ਰਿਹਾ ਕਿ ਜਿਹੜੀ ਇਹਨਾਂ ਦੀ ਹਾਈ ਕਮਾਨ ਆ, ਲੋਅ ਕਮਾਨ ਆ, ਪਤਾ ਨਹੀਂ ਕਿਹੜੀ ਕਮਾਨ ਹੈ, ਉਹੀ ਫੈਸਲੇ ਕਰਦੀ ਹੁੰਦੀ ਹੈ। ਸੋ ਕਾਫੀ ਕੁਝ ਆਪਣੀਆਂ ਗੱਲਾਂ ਦੇ ਵਿੱਚ ਪ੍ਰਗਟ ਸਿੰਘ ਨੇ ਦੂਜਿਆਂ ਨੂੰ ਸ਼ੀਸ਼ਾ ਦਿਖਾਉਣ ਦਾ ਯਤਨ ਕੀਤਾ ਹੈ ਜੀ। ਪ੍ਰਗਟ ਸਿੰਘ ਦੇ ਬਾਰੇ ਵਿੱਚ ਮੇਰੇ ਦਾ ਆਪਣਾ ਵਿਚਾਰ ਹੈ, ਨਿੱਜੀ ਵਿਚਾਰ ਹੈ ਕਿ ਉਹ ਬਹੁਤ ਠਰਮੇ ਵਾਲਾ ਤੇ ਇੱਕ ਚੰਗੀ ਸ਼ਖਸੀਅਤ ਹੈ। ਇਸ ਤਰ੍ਹਾਂ ਦੇ ਬੰਦੇ ਜੇ ਰਾਜਨੀਤੀ ਦੇ ਵਿੱਚ ਹੋਰ ਆ ਜਾਣ ਜੀ ਤਾਂ ਇਹ ਰਾਜਨੀਤੀ ਬਦਲੀ ਜਾ ਸਕਦੀ ਹੈ। ਬਿਲਕੁਲ ਜੀ। ਜਿਹੜੇ ਕਹਿੰਦੇ ਸੀ ਅਸੀਂ ਨਿਜ਼ਾਮ ਬਦਲਣਾ ਹੈ, ਉਹਨਾਂ ਨੇ 56 ਬੰਦੇ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਖੜੇ ਕਰਤੇ। ਫਿਰ ਆਪਣੇ ਬੰਦਿਆਂ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ? ਉਹਨਾਂ ਦੇ ਕਈ ਹਲਕਿਆਂ ਦੇ ਵਿੱਚ ਇਸੇ ਕਰਕੇ ਵਿਦਰੋਹ ਹੋ ਰਿਹਾ ਕਿ ਉਹਨਾਂ ਨੇ ਆਪਣਿਆਂ ਤੇ ਵਿਸ਼ਵਾਸ ਨਹੀਂ ਕੀਤਾ, ਦੂਜੀਆਂ ਪਾਰਟੀਆਂ ਵਾਲਿਆਂ ਤੇ ਵਿਸ਼ਵਾਸ ਕੀਤਾ, ਜਿਹਦੇ ਕਰਕੇ ਗੁਰਤੇਜ ਸਿੰਘ ਪੰਨੂ ਵਰਗੇ ਤੇ ਹੋਰਾਂ ਆਗੂਆਂ ਨੂੰ ਇਹ ਕਹਿਣਾ ਪੈ ਗਿਆ ਕਿ ਤੁਸੀਂ 56 ਬੰਦੇ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਖੜੇ ਕਰਤੇ। 57ਵਾਂ ਅਜੀਤਪਾਲ ਕੋਹਲੀ ਬਣ ਗਿਆ ਪਟਿਆਲੇ ਵਾਲਾ, 8 ਅਜੇ ਹੋਰ ਰਹਿੰਦੇ ਨੇ, ਤਾਂ 2 ਹੋਰ ਕਰ ਦਿਓ ਤਾਂ 59 ਦੇ ਨਾਲ ਬਹੁਮਤ ਹੁੰਦਾ। ਉਹ 59 ਬੰਦੇ ਫਿਰ ਤੁਹਾਡੇ ਦੂਜੀਆਂ ਪਾਰਟੀਆਂ ਦੇ ਹੋਣਗੇ, ਉਹ ਆਮ ਆਦਮੀ ਪਾਰਟੀ ਦੇ ਤਾਂ ਹੋਏ ਨਹੀਂ। ਉਹ ਟਿਕਟਾਂ ਲੈਣ ਦੇ ਮਾਰੇ ਇਹਨਾਂ ਦੇ ਨਾਲ ਹੱਥ ਮਿਲਾ ਰਹੇ ਆ ਜੀ। ਡਾਕਟਰ ਮਾਲੀ ਜਲੰਧਰ ਵਾਲਿਆਂ ਨੇ, ਮਾਝੇ ਦੇ ਵਿੱਚੋਂ ਵੀ ਕੁਝ ਆਗੂਆਂ ਨੇ ਕਿਹਾ, ਪਟਿਆਲਾ ਦਿਹਾਤੀ ਤੋਂ ਜਸਦੀਪ ਸਿੰਘ ਨਿੱਕੂ ਹੈ, ਉਹ ਖਾਸੇ ਚਿਰ ਤੋਂ ਇਹਨਾਂ ਦੇ ਕੰਮ ਕਰਦਾ ਆ ਰਿਹਾ ਸੀ ਜੀ। ਉਹਨੇ ਵੀ ਸਵਾਲ ਚੱਕੇ ਨੇ ਕਿ ਇਹ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਬੰਦੇ ਖੜੇ ਕਰੀ ਜਾਂਦੇ ਨੇ। ਹੋਰ ਵੀ ਦੋਸ਼ ਕਈ ਕਿਸਮ ਦੇ ਲਾਏ ਨੇ, ਜਿਹਦਾ ਅਜੇ ਤੱਕ ਨਾ ਤਾਂ ਅਰਵਿੰਦ ਕੇਜਰੀਵਾਲ ਨੇ ਕੋਈ ਜਵਾਬ ਦਿੱਤਾ, ਨਾ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਜੀ। ਇਹਦਾ ਸਪਸ਼ਟੀਕਰਨ ਹੋਣਾ ਚਾਹੀਦਾ ਜੀ। ਢਿੱਲੋਂ ਜੀ, ਅੱਜ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੀ ਸੂਚੀ ਐਲਾਨੀ ਜਾਣੀ ਹੈ। ਦੇਖੋ, ਜਿਹੜੀ ਰਾਤ ਮੀਟਿੰਗ ਹੋਈ ਹੈ ਬੀਬੀ ਸੋਨੀਆ ਗਾਂਧੀ ਦੇ ਨਾਲ, ਇਹਨਾਂ ਦੀ ਸਾਰਿਆਂ ਦੀ ਜਿੰਨੇ ਇਹ ਕੰਪੇਨ ਕਮੇਟੀ ਵਾਲੇ ਨੇ ਤੇ ਸਿਲੈਕਸ਼ਨ ਕਮੇਟੀ ਵਾਲੇ ਨੇ, ਇਹਨਾਂ ਦੇ ਵਿੱਚ ਪਤਾ ਲੱਗਿਆ ਵੀ ਕੁਝ ਦੇ ਉੱਤੇ ਇਤਰਾਜ਼ ਹੈਗੇ, ਪਰ ਬਹੁ ਗਿਣਤੀ ਦੇ ਉੱਤੇ ਇਤਰਾਜ਼ ਨਹੀਂ। ਲਗਭਗ 70 ਉਮੀਦਵਾਰਾਂ ਦਾ ਤੈਅ ਹੋ ਚੁੱਕਿਆ ਹੈਗਾ ਜੀ। 47 ਉਮੀਦਵਾਰ ਰਹਿੰਦੇ ਨੇ। ਇਹਦਾ ਮਤਲਬ ਇਹ ਹੈਗਾ ਕਿ ਅੱਜ ਦੇਰ ਸ਼ਾਮ ਤੱਕ ਕਿਸੇ ਵੇਲੇ ਵੀ ਪ੍ਰਚਾਰ ਤਾਂ ਬੜਾ ਹੋ ਰਿਹਾ, ਕੁਝ ਸੂਚੀਆਂ ਪੈ ਵੀ ਗਈਆਂ ਨੇ। ਲੱਗਦਾ ਵੀ ਇਹ ਹੈ ਕਿ ਇਹ ਸੂਚੀ ਪੂਰੇ ਸੱਚ ਦੇ ਤੱਥਾਂ ਦੇ ਨੇੜੇ ਤੇੜੇ ਹੈ, ਕੋਈ ਇੱਕ ਅੱਧਾ ਇੱਧਰ ਉੱਧਰ ਹੋ ਸਕਦਾ ਹੈ, ਪਰ ਜਦੋਂ ਤੱਕ ਕੇਸੀ ਵੇਣੂਗੋਪਾਲ ਇਹਦੀ ਪੁਸ਼ਟੀ ਨਹੀਂ ਕਰਦੇ, ਮੇਰੇ ਹਿਸਾਬ ਨਾਲ 70 ਉਮੀਦਵਾਰ ਅੱਜ ਦੇਰ ਤੱਕ ਉਹਨਾਂ ਦੇ ਐਲਾਨੇ ਜਾ ਸਕਦੇ ਹੈ। ਉਮੀਦ ਹੈ ਕਿ ਬਾਕੀ ਵੀ ਜਿਹੜੇ ਹੈ ਉਹ ਅਗਲੇ 1-2 ਦਿਨਾਂ 'ਚ ਐਲਾਨ ਲੈਣਗੇ, ਕਿਉਂਕਿ ਅਗਲੇ ਦਿਨਾਂ ਦੇ ਵਿੱਚ ਫਿਰ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਣਾ। ਇਹ ਕਾਂਗਰਸੀਆਂ ਦਾ ਵੈਸੇ ਹਰ ਵਾਰ ਦਾ ਸੱਭਿਆਚਾਰ ਇਹੋ ਹੀ ਹੈ ਕਿ ਵਿਹੜੇ ਬੈਠੀ ਜੰਝ ਬਿੰਨੋ ਕੁੜੀ ਦੇ ਕੰਨ। ਉਧਰੋਂ ਮਤਲਬ ਭਰਨ ਵਾਲਾ ਆਖਰੀ ਦਿਨ ਹੁੰਦਾ, ਉਧਰੋਂ ਇਹਨਾਂ ਦੀ ਚੋਣ ਨਹੀਂ ਹੋਈ ਹੁੰਦੀ ਜੀ। ਬਿਲਕੁਲ, ਇਹ ਜਿਹੜਾ ਕੁਝ ਕਰਦੇ ਆ ਉਹ ਪਹਿਲਾਂ ਕਰ ਲੈਣ। ਇਹੀ ਕਾਰਨ ਹੈ ਇਹਨਾਂ ਦੀ ਜਿਹੜੀ ਹਾਈ ਕਮਾਂਡ ਲੋਅ ਕਮਾਂਡ ਹੈ, ਉਹਨਾਂ ਨੇ ਜੇ ਸਹੀ ਰੂਪ ਦੇ ਵਿੱਚ ਕੰਮ ਨਹੀਂ ਕੀਤਾ ਤਾਂ ਰਾਜਸਥਾਨ 'ਚ ਜੋ ਹੋਇਆ ਸਾਡੇ ਸਾਹਮਣੇ ਹੈ, ਮੱਧ ਪ੍ਰਦੇਸ਼ 'ਚ ਜੋ ਹੋਇਆ ਸਾਡੇ ਸਾਹਮਣੇ ਹੈ। ਬਿਲਕੁਲ ਜੀ। ਚੰਗੀ ਭਲੀ ਜਿੱਤੀ ਜਿਤਾਈ ਭਾਰਤੀ ਜਨਤਾ ਪਾਰਟੀ ਨੂੰ ਦਿੱਤੀ, ਇਹੀ ਕੁਝ ਗੋਆ 'ਚ ਵਾਪਰਿਆ। ਸਭ ਤੋਂ ਵੱਡੀ ਪਾਰਟੀ ਗੋਆ ਦੇ ਵਿੱਚ ਇਹ ਸੀ। ਇੱਕ ਬੰਦਾ ਤਾਜ਼ਾ ਵਿਆਹ ਕਰਾਇਆ ਉਹਨੇ, ਉਮਰ ਸਿਵਿਆਂ 'ਚ ਜਾਣ ਵਰਗੀ, ਤੇ ਵਿਆਹ ਉਹਨੇ ਯੰਗ ਕੁੜੀ ਨਾਲ ਕਰਾ ਲਿਆ। ਉਹ ਗੋਆ ਜਾ ਕੇ 2 ਦਿਨ ਹੋਟਲ 'ਚੋਂ ਹੀ ਨਹੀਂ ਨਿਕਲਿਆ। ਉਦੋਂ ਤੱਕ ਦੂਜਿਆਂ ਨੇ ਬੰਦੇ ਪੱਟੇ ਤੇ ਸਰਕਾਰ ਭਾਰਤੀ ਜਨਤਾ ਪਾਰਟੀ ਨੇ ਬਣਾ ਲਈ। ਇਹਨਾਂ ਨੂੰ ਕੁਝ ਨਾ ਕੁਝ ਜਿਹੜੇ ਆ ਕਲੱਛਣੇ ਕੰਮ ਉਹ ਛੱਡ ਕੇ ਪੂਰਾ ਉਹ ਹੋਣਾ ਚਾਹੀਦਾ। ਹੁਣ ਕੀ ਵਾਪਰਿਆ? ਰਾਹੁਲ ਗਾਂਧੀ ਨਾਨਕਿਆਂ ਨੂੰ ਮਿਲਣ ਚਲ ਗਿਆ ਇਟਲੀ ਨੂੰ ਜੀ। ਜਿਹੜਾ ਆਪਣਾ ਚੋਣ ਚੇਅਰਮੈਨ ਹੈ ਸੁਨੀਲ ਜਾਖੜ, ਉਹ ਕਹਿੰਦੇ ਇੰਗਲੈਂਡ ਗਿਆ ਵਾ। ਤਾਂ ਫਿਰ ਜਦੋਂ ਇਸ ਤਰ੍ਹਾਂ ਦਾ ਕੰਮ ਸਿਰ ਤੇ ਹੋਵੇ, ਉਦੋਂ ਤੁਸੀਂ ਜ਼ਿੰਮੇਵਾਰੀ ਨਾ ਨਿਭਾਓ,
ਫਿਰ ਉਹਦੇ ਕੋਈ ਨਤੀਜੇ ਵਧੀਆ ਨਹੀਂ ਹੁੰਦੇ ਜੇ ਇਹਨਾਂ ਕਾਂਗਰਸੀਆਂ ਨੇ ਨਰਿੰਦਰ ਮੋਦੀ ਦੀ ਥਾਂ ਦੇ ਉੱਤੇ ਦੁਬਾਰਾ ਆਪਣੀ ਸਥਾਪਨਾ, ਆਪਣੀ ਵਾਪਸੀ ਭਾਰਤ ਦੇ ਵਿੱਚ ਕਰਨੀ ਹੈ ਤਾਂ ਇਹਨਾਂ ਨੂੰ ਜਿਹੜੇ ਅਕਲੱਛਣੇ ਕੰਮ ਨੇ ਇਹ ਛੱਡਣੇ ਪੈਣਗੇ। ਜੀ ਢਿੱਲੋਂ ਜੀ, ਗੁਜਰਾਤ ਦੇ ਸਕੂਲ ਦੇ ਵਿੱਚ ਬੱਚਿਆਂ ਦੇ ਕੋਲੋਂ ਸਾਹਿਬਜ਼ਾਦਿਆਂ ਦਾ ਰੋਲ ਕਰਵਾਇਆ ਗਿਆ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਸਖਤੀ ਤੋਂ ਬਾਅਦ ਹੁਣ ਪ੍ਰਬੰਧਕਾਂ ਨੇ ਮੁਆਫੀ ਮੰਗੀ ਹੈ। ਇਹ ਜਿਹੜੇ ਬਾਰ-ਬਾਰ ਉਲੰਘਣਾ ਕਰਦੇ ਨੇ ਲੋਕ ਜੀ, ਸਾਹਿਬਜ਼ਾਦਿਆਂ ਦੀ ਕੋਈ ਉਹ ਹੋ ਹੀ ਨਹੀਂ ਸਕਦਾ। ਜੇ 4 ਸਾਹਿਬਜ਼ਾਦੇ ਫਿਲਮ ਬਣਾਈ ਆ ਉਹ ਵੀ ਕਿਸੇ ਢੰਗ ਨਾਲ ਬਣਾਈ ਗਈ ਸੀਗੀ। ਜੀ, ਅਸੀਂ ਲੋਕ ਚਮਕੌਰ ਦੀ ਗੜੀ ਜਾਂ ਇਹ ਨਾਟਕ ਕਰਦੇ ਹੁੰਦੇ ਸੀ, ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ, ਉਹ ਉਸ ਰੂਪ 'ਚ ਨਹੀਂ ਕੀਤਾ ਜਾਂਦਾ ਸੀ। ਇਹਦੇ ਕੋਈ ਕਾਇਦਾ ਕੀਮਤ ਨਹੀਂ। ਜਿਨ੍ਹਾਂ ਨੇ ਉਹ ਸਾਹਿਬਜ਼ਾਦਿਆਂ ਦੇ ਉੱਤੇ ਰੋਬ ਕਰਾਇਆ ਹੈ, ਉਹ ਸਕੂਲ ਦੇ ਪ੍ਰਬੰਧਕਾਂ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਹਨੂੰ ਸਖਤੀ ਨਾਲ ਲਿਆ, ਉਸ ਤੋਂ ਬਾਅਦ ਉਹ ਪਾਸੇ ਹਟੇ ਨੇ। ਨਹੀਂ, ਪਾਸੇ ਨਹੀਂ ਸੀ ਹਟੇ। ਇਹ ਜਿਹੜਾ ਹੈਗਾ ਅਜਿਹਾ ਨਹੀਂ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਨੂੰ ਇਹ ਕੰਮ ਕੀਤਾ, ਉਹਨਾਂ ਨੇ ਚੰਗਾ ਕੰਮ ਕੀਤਾ ਹੈਗਾ। ਇਸ ਸੰਬੰਧ ਦੇ ਵਿੱਚ ਆਪ ਦਾ ਜਿਹੜਾ ਇਹ ਵਿੰਗ ਹੈ ਇਹਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਤਾਂ ਜੋ ਔਰ ਦੇਸ਼ ਭਰ ਦੇ ਵਿੱਚ ਸਾਹਿਬਜ਼ਾਦਿਆਂ ਦੀ ਨਕਲ ਕੋਈ ਕਰ ਹੀ ਨਹੀਂ ਸਕਦਾ। ਉਹ ਜਿਹੜੀ ਕੁਰਬਾਨੀ ਕੀਤੀ ਗਈ ਹੈ ਉਹ ਕੁਰਬਾਨੀ ਦਾ ਕੋਈ ਹੋਰ ਉਦਾਹਰਨ ਨਹੀਂ। ਇਸ ਕਰਕੇ ਜਿਹੜੇ ਸਕੂਲਾਂ ਸਕਾਲਾਂ ਵਾਲੇ ਨੇ ਇਹਨਾਂ ਨੂੰ ਮੈਂ ਕਹਿੰਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਕੌਮੀ ਪੱਧਰ ਦੇ ਉੱਤੇ ਕੋਈ ਬੋਰਡ ਬਣਾ ਦੇਣਾ ਚਾਹੀਦਾ ਵੀ ਜੇ ਕਿਸੇ ਨੇ ਉਸ ਤਰ੍ਹਾਂ ਦਾ ਕੋਈ ਕੰਮ ਕਰਨਾ ਹੈ ਉਹ ਪਹਿਲਾਂ ਉਸ ਬੋਰਡ ਉਹਦੇ ਵਿੱਚ ਧਾਰਮਿਕ ਆਗੂ ਹੋਣ, ਵੱਖ-ਵੱਖ ਧਰਮਾਂ ਦੇ ਹੋਣ, ਤਾਂ ਜੋ ਜਿਹੜੇ ਧਰਮ ਨਾਲ ਸੰਬੰਧਿਤ ਕੋਈ ਗੱਲ ਹੁੰਦੀ ਹੈ ਉਹਦੀ ਪਹਿਲਾਂ ਮਨਜ਼ੂਰੀ ਲਈ ਜਾਵੇ, ਉਦੋਂ ਬਾਅਦ ਲਾਗੂ ਕਰਾਈ ਜਾਵੇ। ਨਹੀਂ, ਕਈ ਵਾਰੀ ਇਸ ਤਰ੍ਹਾਂ ਦੇ ਕਦਮ ਜਿਹੜੇ ਹੈ 2 ਫਿਰਕਿਆਂ ਦੇ ਵਿੱਚ, 2 ਧਰਮਾਂ ਦੇ ਵਿੱਚ ਜਾਂ ਹੋਰ ਧਰਮਾਂ ਦੇ ਵਿੱਚ ਕਈ ਵਾਰ ਬਹੁਤ ਵੱਡੀਆਂ ਗੱਲਾਂ ਕਰਾ ਦਿੰਦੇ ਨੇ, ਫਰਕ ਪਵਾ ਦਿੰਦੇ ਨੇ, ਝਗੜੇ ਲੜਾਈਆਂ ਪੈਦਾ ਕਰ ਦਿੰਦੇ ਨੇ, ਜਿਹਦਾ ਬਾਅਦ ਦੇ ਵਿੱਚ ਫਿਰ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੁੰਦਾ। ਇਹਨਾਂ ਤੋਂ ਬਚਣਾ ਚਾਹੀਦਾ। ਜੇ ਕੋਈ ਬੋਰਡ ਬਣ ਜਾਵੇ ਉਹਦੀ ਆਗਿਆ ਲਈ ਜਾਵੇ ਪਹਿਲਾਂ ਕਿ ਅਸੀਂ ਆਹ ਕਰਨਾ ਚਾਹੁੰਦੇ ਹਾਂ, ਇਹਦੇ ਨਾਲ ਜਿਹੜੇ ਸਾਡੀ ਭਾਈਚਾਰਕ ਸਾਂਝ ਹੈ ਇਹ ਹੋਰ ਮਜ਼ਬੂਤ ਹੋਵੇਗੀ। ਜੀ ਢਿੱਲੋਂ ਜੀ, 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਖਾੜਾ ਕੋ ਖੂਬ ਭਖਿਆ ਹੋਇਆ, ਉੱਥੇ ਹੀ ਕਿਤੇ ਨਾ ਕਿਤੇ ਸਖਤ ਜਿਹੜੇ ਕਿ ਨਿਯਮ ਉਹ ਵੀ ਬਣਦੇ ਜਾ ਰਹੇ ਨੇ, ਜਿਸ ਨੂੰ ਲੈ ਕੇ ਹੁਣ ਸਾਹਮਣੇ ਆ ਰਿਹਾ ਕਿ ਰਿਵੋਲਵਿੰਗ ਕੈਮਰੇ ਉਮੀਦਵਾਰਾਂ ਤੇ ਜਿਹੜੇ ਕਿ ਨਜ਼ਰ ਰੱਖਣਗੇ। ਇਹ ਪਹਿਲੀ ਵਾਰ ਹੋਣ ਲੱਗਿਆ ਜੀ ਕਿ ਜਿਹੜੇ ਚੋਣ ਕਮਿਸ਼ਨ ਦੇ ਜ਼ਿਲ੍ਹੇ ਪੱਧਰ ਦੇ ਅਧਿਕਾਰੀ ਹੋਣਗੇ ਉਹਨਾਂ ਦੇ ਕੋਲ ਜਿਹੜਾ ਇਹ ਚੱਲਦਾ ਵਹੀਰ ਹੈ ਵਾਹਨ ਦੇ ਉੱਤੇ ਘੁੰਮਣ ਵਾਲੇ ਕੈਮਰੇ ਹੋਣਗੇ ਜਿਹੜੇ ਚਾਰੇ ਪਾਸੇ ਚੁਪੇਰਿਓ ਨਜ਼ਰ ਰੱਖਣਗੇ। ਕਈ ਵਾਰੀ ਜਦੋਂ ਅਸੀਂ ਮੌਕੇ ਤੇ ਪਹੁੰਚਦੇ ਅਬਜ਼ਰਵਰ ਵਗੈਰਾ, ਉਦੋਂ ਪਹਿਲਾਂ ਜਿਹੜੇ ਆਗੂ ਹੈ ਉਹ ਆਪ ਦੀਆਂ ਉਲੰਘਣਾਵਾਂ ਦੀ ਸਮੱਗਰੀ ਸਾਂਭ ਲੈਂਦੇ ਆ। ਹੁਣ ਇਹ ਕਹਿੰਦੇ ਅਚਨਚੇਤ ਜਾਇਆ ਕਰਨਗੇ। ਨਾਲ ਹੀ ਜਦੋਂ ਤੋਂ ਚੋਣ ਜਾਬਤਾ ਲੱਗਿਆ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਦੇ ਦਫ਼ਤਰ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਹੈ ਕਿ 23.8 ਕਰੋੜ ਦੀਆਂ ਵਸਤਾਂ ਜ਼ਬਤ ਹੋ ਚੁੱਕੀਆਂ ਨੇ। ਬਿਲਕੁਲ, ਉਹ ਕਿਸੇ ਵੀ ਰੂਪ ਦੇ ਵਿੱਚ ਉਹ ਜ਼ਬਤ ਹੋ ਚੁੱਕੀਆਂ ਨੇ। ਇਹ ਕਾਫੀ ਵੱਡਾ ਹੈ। ਇੱਕ ਚੀਜ਼ ਮੈਂ ਜਾਂਦਾ ਤੁਹਾਡੇ ਨਾਲ ਹੋਰ ਕਰਦਾ, ਤੁਸੀਂ ਸਵਾਲ ਪੁੱਛੋਗੇ ਕਿ ਚੋਣ ਜਾਬਤੇ ਦੀ ਬਦਲੇ ਹੋਏ ਢੰਗਾਂ ਕਰਕੇ ਜਿਹੜਾ ਆ ਠੰਡੇ ਮੌਸਮ ਦੇ ਵਿੱਚ ਕਈਆਂ ਨੇ ਕਈ ਕੁਛ ਦੇ ਤਰ੍ਹਾਂ ਦੀਆਂ ਜਿਹੜੀਆਂ ਉਲਟੀਆਂ ਸਿੱਧੀਆਂ ਟਰਪਲਬਾਜ਼ੀਆਂ ਮਾਰਨੀਆਂ ਸੀ, ਉਹਦਾ ਫਰਕ ਪੈ ਗਿਆ। ਚੋਣਾਂ ਦੇ ਵਿੱਚ ਇਕੱਠ ਨਾ ਹੋਣ ਕਰਕੇ ਜਿਹੜੀ ਕਈ ਇਹੋ ਜਿਹੇ ਮੇਰੇ ਵਰਗੇ ਸੀਗੇ ਜਿਨ੍ਹਾਂ ਨੇ ਉਹਨਾਂ ਦੇ ਗੱਡੀਆਂ ਦੇ ਵਿੱਚ ਬੈਠ ਕੇ ਕੋਈ ਸਰਦੀ ਦੇ ਮੌਸਮ ਦੇ ਵਿੱਚ ਗਰਮੀ ਲਿਆਉਣੀ ਸੀ, ਉਹ ਗਹਿਮੀ ਤੇ ਵੀ ਕਾਫੀ ਅਸਰ ਪੈ ਗਿਆ। ਚੋਣ ਕਮਿਸ਼ਨ ਦੀ ਸਖਤੀ ਕਾਰਨ ਕੱਲ੍ਹ ਨੂੰ 15 ਤਰੀਕ ਹੈ, ਕੱਲ੍ਹ ਨੂੰ ਚੋਣ ਕਮਿਸ਼ਨ ਨੇ ਮੀਟਿੰਗ ਕਰਨੀ ਹੈ ਕਿ ਉਹਨਾਂ ਨੇ ਰੈਲੀਆਂ ਦੀ ਆਗਿਆ ਦੇਣੀ ਹੈ, ਅਨਲਿਮਟਿਡ ਆਗਿਆ ਦੇਣੀ ਹੈ, ਜਾਂ ਇਹਦੀ ਕੋਈ ਗਿਣਤੀ ਸੀਮਤ ਕਰਨੀ ਹੈ ਕਿ ਤੁਸੀਂ ਕਿਸੇ ਰੈਲੀ ਦੇ ਵਿੱਚ ਇੰਨਾ ਕੁ ਇਕੱਠ ਕਰ ਸਕਦੇ ਹੋ। ਇਹ ਅਗਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ। ਜੀ ਢਿੱਲੋਂ ਜੀ, ਜਾਂਦਿਆਂ ਦੀ ਗੱਲਬਾਤ ਕਰਦੇ ਹਾਂ ਕੇਜਰੀਵਾਲ ਨੂੰ ਲੈ ਕੇ। ਉਹਨਾਂ ਦੀਆਂ ਤਸਵੀਰਾਂ ਕੁਝ ਸਾਹਮਣੇ ਆ ਰਹੇ ਨੇ ਕਿ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਉਹ ਛਕਦੇ ਨਜ਼ਰ ਆ ਰਹੇ ਨੇ ਇੱਕ ਮੋਟਰ ਦੇ ਉੱਤੇ। ਇਹ ਜਿਹੜਾ ਕੁਛ ਨਾ ਜਿਹੜੀਆਂ ਚੋਣ ਰਣਨੀਤੀਕਾਰ ਲਿਆਂਦੇ ਗਏ ਆ ਜੀ, ਇਹ ਉਹ ਸਲਾਹਾਂ ਦਿੰਦੇ ਆ ਉਹੋ ਜਿਹੀਆਂ। ਇਸ ਤਰ੍ਹਾਂ ਦੀ ਸਲਾਹ ਜਦੋਂ ਪਦ ਯਾਤਰਾ ਸ਼ੁਰੂ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ 2007 ਚ ਜੀ, ਉਹਨਾਂ ਨੂੰ ਵੀ ਦਿੱਤੀਆਂ ਗਈਆਂ ਸੀ। ਆ ਮੁਕਤਸਰ ਦੇ ਕੋਲੇ ਆਸੇ-ਪਾਸੇ ਉਹਨਾਂ ਨੇ ਥੋੜਾ ਜਿਹਾ ਪਹਿਲਾਂ ਸ਼ੁਰੂ ਕਰ ਲਈਆਂ ਸੀ। ਉੱਥੇ ਜੇ ਕੋਈ ਟਿਊਬਵੈਲ ਕਨੈਕਸ਼ਨ ਮੰਗਦਾ ਸੀ ਤਾਂ ਕੈਪਟਨ ਸਾਹਿਬ ਨਾਲ ਦੀ ਨਾਲ ਜਾਰੀ ਕਰ ਦਿੰਦੇ ਸੀ ਵੀ ਚੱਕੋ ਟਿਊਬਵੈਲ ਕਨੈਕਸ਼ਨ। ਜੇ ਕੋਈ ਕਹਿੰਦਾ ਸੀ ਜੀ ਆਹ ਕੰਮ ਹੋਣ ਵਾਲਾ, ਸਾਡੀ ਬਦਲੀ ਨਹੀਂ ਹੋਈ, ਚੱਕੋ ਨਾਲ ਦੀ ਨਾਲ
ਉਹ ਵੀ ਮੈਨੂੰ ਯਾਦ ਆ ਮੁਕਤਸਰ ਦੇ ਖੇਤਰਾਂ ਦੇ ਵਿੱਚ ਕਈ ਮੋਟਰਾਂ ਦੇ ਉੱਤੇ ਬੈਠ ਕੇ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਸੀ ਕਿ ਮੈਂ ਤਾਂ ਆਮ ਬੰਦਿਆਂ ਚੋਂ ਐ। ਉਹਨਾਂ ਨੇ ਇਹ ਖਰੜ ਦਾ ਇਲਾਕਾ ਕਿਉਂ ਚੁਣਿਆ? ਕਿਉਂਕਿ ਖਰੜ ਦਾ ਇਲਾਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਇਲਾਕਾ ਹੈ ਜੀ। ਇਸ ਕਰਕੇ ਕੇਜਰੀਵਾਲ ਸਾਹਿਬ ਨੇ ਕੱਲ ਉੱਥੇ ਇੱਕ ਮੋਟਰ ਤੇ ਬਹਿ ਕੇ ਕਹਿੰਦੇ ਆ ਕਿ ਮੱਕੀ ਦੀ ਰੋਟੀ ਤੇ ਸਾਗ ਵੀ ਛਕਿਆ, ਉਹਦੇ ਨਾਲ ਹੀ ਉੱਥੇ ਕਿਸਾਨਾਂ ਦੇ ਨਾਲ ਸਿੱਧੀ ਵਾਰਤਾਲਾਪ ਕੀਤੀ, ਸਿੱਧੀ ਗੱਲਬਾਤ ਕੀਤੀ। ਅਗਲੇ ਦਿਨਾਂ ਦੇ ਵਿੱਚ ਇਹ ਸਧਾਰਨਪਣ ਲੋਕਾਂ ਤੇ ਅਸਰ ਪਾਉਂਦਾ ਹੈ ਜਾਂ ਲੋਕ ਕਿਸ ਤਰ੍ਹਾਂ ਵਾਲੇ ਪਾਸੇ ਨੂੰ ਜਾਂਦੇ ਆ, ਇਹ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ। ਜੀ ਢਿੱਲੋਂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਗੱਲਾਂ ਜਿਹੜੀਆਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ। ਥੈਂਕ ਯੂ ਜੀ, ਬਹੁਤ ਸ਼ੁਕਰੀਆ। ਰੀਨਾ ਜੀ ਤੁਹਾਡਾ ਵੀ, ਤੁਸੀਂ ਸਵਾਲ ਬੜੇ ਪਾਏਦਾਰ ਤੇ ਉੱਚ ਕੋਟੀ ਦੇ ਪੁੱਛੇ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।